नमस्कार प्यारे विद्यार्थियों। मैं संजीव शर्मा, साइंस मास्टर, सरकारी मिडल स्कूल फंगतौली, ਜ਼ਿਲ੍ਹਾ ਪਠਾਨਕੋਟ ਤੋਂ। ਬੇਟਾ ਅੱਜ ਅਸੀਂ ਗੱਲ ਕਰਾਂਗੇ 6ਵੀਂ ਕਲਾਸ ਦੇ ਪਾਠ 9 ਦੇ ਬਾਰੇ, ਜਾਂ ਅੰਗਰੇਜ਼ੀ ਦੇ ਵਿੱਚ ਕਹੀਏ ਚੈਪਟਰ 9 ਦੇ ਬਾਰੇ। ਇਸ ਦਾ ਨਾਮ ਹੈ ਸਜੀਵ ਅਤੇ ਉਹਨਾਂ ਦਾ ਚੌਗਿਰਦਾ, The Living Organisms and Their Surroundings। ਇਸ ਦੇ ਵਿੱਚ ਮੇਰਾ ਸਾਥ ਦੇਣਗੇ ਮੇਰੇ ਸਾਥੀ ਅਧਿਆਪਕ ਸੁਖਦੇਵ ਸਿੰਘ ਜੀ, ਸਾਇੰਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋ ਚੱਕ, ਅਤੇ ਸ਼੍ਰੀ ਰਜੇਸ਼ ਸਲਵਾਨ ਜੀ, ਸਾਇੰਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ, ਜ਼ਿਲ੍ਹਾ ਪਠਾਨਕੋਟ ਤੋਂ। ਤਾਂ ਚਲੋ ਵਿਦਿਆਰਥੀਓ, ਸ਼ੁਰੂ ਕਰਦੇ ਹਾਂ ਅੱਜ ਦਾ ਪਾਠ The Living Organisms and Their Surroundings। ਅਸੀਂ ਕੀ ਜਾਣਦੇ ਹਾਂ? ਪਿਆਰੇ ਵਿਦਿਆਰਥੀਓ, ਤੁਸੀਂ ਆਪਣੀਆਂ ਪਿਛਲੀਆਂ ਜਮਾਤਾਂ ਦੇ ਵਿੱਚ ਸਜੀਵਾਂ ਅਤੇ ਨਿਰਜੀਵਾਂ ਦੇ ਸੰਬੰਧੀ ਕੁਝ ਜਾਣਕਾਰੀ ਲਈ ਹੋਵੇਗੀ। ਬਸ ਉਸੇ ਨੂੰ ਲੈ ਕੇ ਅਸੀਂ ਆਪਣਾ ਅੱਜ ਦਾ ਪਾਠ ਪੜ੍ਹਨਾ ਹੈ। ਮੇਨ ਆਬਜੈਕਟਿਵਸ। ਪਿਆਰੇ ਵਿਦਿਆਰਥੀਓ, ਇਸ ਪਾਠ ਦੇ ਪੜ੍ਹਨ ਤੋਂ ਬਾਅਦ ਅਸੀਂ ਸਜੀਵਾਂ ਅਤੇ ਨਿਰਜੀਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕਰ ਲਵਾਂਗੇ। ਸਜੀਵਾਂ ਅਤੇ ਨਿਰਜੀਵਾਂ ਦੇ ਗੁਣਾਂ ਦੇ ਵਿੱਚ ਅੰਤਰ ਨੂੰ ਵੀ ਜਾਣ ਲਵਾਂਗੇ। So we will be able to understand the difference between the livings and non-livings। ਆਓ ਵਿਦਿਆਰਥੀਓ, ਇੱਕ ਕਿਰਿਆ ਕਰੀਏ। ਆਪਣੀ ਕਾਪੀ ਲਓ ਤੇ ਪੈਨ ਲਓ, ਤੇ ਪਿਛਲੇ ਜਮਾਤਾਂ ਦੇ ਵਿੱਚ ਤੁਸੀਂ ਸਜੀਵ ਅਤੇ ਨਿਰਜੀਵ ਵਸਤੂਆਂ ਬਾਰੇ ਜੋ ਪੜ੍ਹਿਆ ਹੈ ਉਸ ਨੂੰ ਯਾਦ ਕਰਦੇ ਹੋਏ ਸਜੀਵ ਵਸਤੂਆਂ ਅਤੇ ਨਿਰਜੀਵ ਵਸਤੂਆਂ ਦੀ ਸੂਚੀ ਤਿਆਰ ਕਰੋ। ਜਦੋਂ ਇਹ ਸੂਚੀ ਤਿਆਰ ਹੋ ਜਾਵੇਗੀ ਤਾਂ ਅਸੀਂ ਅਗਲੀ ਸਲਾਈਡ ਦੇ ਵਿੱਚ ਜਾਵਾਂਗੇ ਤੇ ਫਿਰ ਮਿਲਾ ਕੇ ਵੇਖਾਂਗੇ ਕਿ ਤੁਹਾਨੂੰ ਕਿੰਨਾ ਕੁ ਯਾਦ ਹੈ। ਚਲੋ ਸੂਚੀ ਤਿਆਰ ਕਰੀਏ। ਲਓ ਵਿਦਿਆਰਥੀਓ, ਇਹ ਸੂਚੀ ਤੁਹਾਡੇ ਸਾਹਮਣੇ ਹੈ। ਖੱਬੇ ਪਾਸੇ ਸਜੀਵ ਪਦਾਰਥ ਤੇ ਸੱਜੇ ਪਾਸੇ ਨਿਰਜੀਵ ਵਸਤੂਆਂ ਦੇ ਨਾਮ ਲਿਖੇ ਹੋਏ ਹਨ। ਤੁਸੀਂ ਧਿਆਨ ਨਾਲ ਦੇਖੋ, ਇਹ ਸਾਰੀਆਂ ਜੀਉਂਦੀਆਂ ਜਾਗਦੀਆਂ ਚੀਜ਼ਾਂ, ਜਿਵੇਂ ਜਾਨਵਰ ਵੀ ਦਿਖਾਈ ਦੇ ਰਹੇ ਹਨ, ਮੱਛੀ ਵੀ ਦਿਖਾਈ ਦੇ ਰਹੀ ਹੈ, ਪੰਛੀ ਵੀ ਦਿਖਾਈ ਦੇ ਰਹੇ ਹਨ, ਦਰਖਤ ਵੀ ਦਿਖਾਈ ਦੇ ਰਹੇ ਹਨ। ਇਹ ਕੁਝ ਸਜੀਵ ਵਸਤੂਆਂ ਦੇ ਨਾਮ ਹਨ। ਤੇ ਤੁਹਾਡੇ ਖਿਡੌਣੇ ਹੀ ਲੈ ਲਈਏ ਉਦਾਹਰਨ ਦੇ ਲਈ, ਜਿਵੇਂ ਟੈਡੀ ਬੀਅਰ, ਗੇਂਦ, ਕੁਰਸੀ, ਗੁੱਡੀ, ਇਹ ਸਭ ਨਿਰਜੀਵ ਵਸਤੂਆਂ ਦੇ ਨਾਮ ਹਨ। ਕੀ ਤੁਸੀਂ ਇਹੀ ਨਾਮ ਲਿਖੇ ਸਨ? ਜੇ ਨਹੀਂ ਲਿਖੇ ਤਾਂ ਵੀ ਕੋਈ ਘਬਰਾਉਣ ਦੀ ਲੋੜ ਨਹੀਂ ਹੈ, ਇਹਨਾਂ ਨੂੰ ਨੋਟ ਕਰ ਲਓ। ਮਨੁੱਖ ਵੀ ਸਜੀਵ ਹੀ ਹੈ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਸਜੀਵ ਅਤੇ ਨਿਰਜੀਵ ਵਸਤੂਆਂ ਦੇ ਨਾਮਾਂ ਦੇ ਬਾਰੇ। ਹਾਂਜੀ ਪਿਆਰੇ ਵਿਦਿਆਰਥੀਓ, ਸਾਹਮਣੇ ਟੀਵੀ ਦੀ ਸਕਰੀਨ ਨੂੰ ਧਿਆਨ ਨਾਲ ਦੇਖੋ। ਇੱਕ ਟੇਬਲ ਬਣਿਆ ਜਾਂ ਸਾਰਣੀ ਬਣੀ ਹੈ, ਤੇ ਸਭ ਤੋਂ ਉੱਤੇ ਕੀ ਲਿਖਿਆ ਹੈ? ਸਜੀਵਾਂ ਅਤੇ ਨਿਰਜੀਵਾਂ ਦੇ ਵਿੱਚ ਅੰਤਰ। ਇੱਕ ਗੱਲ ਕਹੂੰਗਾ ਬੇਟਾ ਜੀ, ਧਿਆਨ ਨਾਲ ਸੁਣਨਾ। ਹਮੇਸ਼ਾ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਯਾਦ ਨਹੀਂ ਕਰਨਾ, ਰੱਟੇ ਨਹੀਂ ਲਗਾਣੇ। ਤੁਸੀਂ ਆਪਣੇ ਆਪ ਨੂੰ ਸਜੀਵ ਸਮਝ ਲੈਣਾ ਹੈ ਤੇ ਆਪਣੇ ਆਲੇ ਦੁਆਲੇ ਕੋਈ ਮੇਜ਼ ਕੁਰਸੀ ਪਈ ਹੋਈ ਹੈ ਉਸ ਨੂੰ ਨਿਰਜੀਵ ਵਸਤੂ ਸਮਝ ਲੈਣਾ। ਤੇ ਇਹ ਜਿਹੜੇ ਗੁਣ ਲਿਖੇ ਹੈ ਨਾ, ਇਹਨਾਂ ਨੂੰ ਮਿਲਾ ਕੇ ਦੇਖਣਾ ਔਰ ਸਮਝਣ ਦੀ ਕੋਸ਼ਿਸ਼ ਕਰਨਾ, ਸਭ ਕੁਝ ਤੁਹਾਨੂੰ ਯਾਦ ਹੋ ਜਾਏਗਾ। ਜਿਵੇਂ ਲੜੀ ਨੰਬਰ 1 ਦੇ ਉੱਤੇ ਲਿਖਿਆ ਹੋਇਆ ਪਹਿਲਾ ਗੁਣ ਗਤੀ, ਤੇ ਸਜੀਵ ਦੇ ਨੀਚੇ ਕੀ ਲਿਖਿਆ ਹੋਇਆ ਕਿ ਸਜੀਵ ਆਪਣੇ ਸਰੀਰ ਦੇ ਅੰਗਾਂ ਜਾਂ ਕਿਸੇ ਹਿੱਸੇ ਵਿੱਚ ਹਿਲਜੁਲ ਦਿਖਾਉਂਦੇ ਹਨ। ਮਤਲਬ ਕਿ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਹਿਲਾ ਸਕਦੇ ਹੋ। ਤੁਸੀਂ ਰੋਟੀ ਖਾਣੀ ਹੈ ਤਾਂ ਵੀ ਆਪਣੇ ਹੱਥ ਹਿਲਾਉਂਦੇ ਹੋ, ਖੇਡਦੇ ਹੋ ਤਾਂ ਲੱਤਾਂ ਚਲਾਉਂਦੇ ਹੋ, ਦੌੜਦੇ ਹੋ। ਪਰ ਤੁਹਾਡੇ ਸਾਹਮਣੇ ਜਿਹੜੀ ਕੁਰਸੀ ਪਈ ਹੈ ਜਾਂ ਮੰਜਾ ਪਿਆ ਕੋਈ, ਇਹ ਨਿਰਜੀਵ ਵਸਤੂ ਹੈ, ਇਹ ਆਪਣੇ ਆਪ ਗਤੀ ਨਹੀਂ ਕਰ ਸਕਦੀ। ਸੋ ਸਜੀਵ ਗਤੀ ਕਰ ਸਕਦੇ ਹਨ ਤੇ ਨਿਰਜੀਵ ਵਸਤੂਆਂ ਗਤੀ ਨਹੀਂ ਕਰ ਸਕਦੀਆਂ। ਦੂਸਰਾ ਗੁਣ ਲਿਖਿਆ ਵਾਧਾ। ਸਜੀਵਾਂ ਵਿੱਚ ਵਾਧਾ ਹੁੰਦਾ। ਤੁਸੀਂ ਨਿੱਕੇ ਜਿਹੇ ਸੀਗੇ, ਫਿਰ ਹੌਲੀ ਹੌਲੀ ਵੱਡੇ ਹੁੰਦੇ ਗਏ। ਪਰ ਤੁਹਾਡੀ ਰਬੜ, ਪੈਨਸਲ
ਜਾਂ ਕੁਰਸੀ, ਇਹ ਨਿੱਕੀ ਤੋਂ ਕੋਈ ਵੱਡੀ ਥੋੜੀ ਹੁੰਦੀ ਹੈ ਆਪਣੇ ਆਪ। ਤੇ ਨਿਰਜੀਵ ਜਿਹੜੇ ਹੈ ਕੋਈ ਵਾਧਾ ਨਹੀਂ ਦਿਖਾਉਂਦੇ, ਇਹਨਾਂ ਦੇ ਵਿੱਚ ਵਾਧਾ ਨਹੀਂ ਹੁੰਦਾ, ਤੇ ਸਜੀਵਾਂ ਦੇ ਵਿੱਚ ਵਾਧਾ ਹੁੰਦਾ ਹੈ। ਤੀਸਰਾ ਪੁਆਇੰਟ ਹੈ ਪ੍ਰਜਨਨ। ਸਜੀਵ ਆਪਣੇ ਵਰਗੇ ਜੀਵ ਪੈਦਾ ਕਰਦੇ ਹਨ। ਮਤਲਬ ਜਿੰਨੀਆਂ ਵੀ ਜੀਵਤ ਵਸਤੂਆਂ ਹਨ, ਜਿੰਨੇ ਵੀ ਪ੍ਰਾਣੀ ਹਨ, ਉਹ ਆਪਣੇ ਵਰਗੇ ਜੀਵ ਪੈਦਾ ਕਰ ਸਕਦੇ ਹਨ, ਜਿਵੇਂ ਤੁਹਾਡੇ ਮਾਤਾ ਪਿਤਾ ਤੇ ਫਿਰ ਤੁਸੀਂ। ਪਰ ਨਿਰਜੀਵ ਆਪਣੇ ਵਰਗੇ ਜੀਵ ਪੈਦਾ ਨਹੀਂ ਕਰ ਸਕਦੇ। ਸਮਝ ਆ ਗਈ ਗੱਲ ਦੀ? ਚੌਥਾ ਮਹੱਤਵਪੂਰਨ ਪੁਆਇੰਟ ਹੈ ਸੰਵੇਦਨਸ਼ੀਲਤਾ। ਇਹ ਇੱਕ ਐਸਾ ਗੁਣ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਮਹਿਸੂਸ ਕਰਨਾ। ਤੁਹਾਨੂੰ ਠੰਡ ਲੱਗਦੀ ਹੈ ਤਾਂ ਸਵੈਟਰ ਪਾ ਲੈਂਦੇ ਹੋ, ਗਰਮੀ ਲੱਗਦੀ ਹੈ ਤਾਂ ਪੱਖਾ ਚਲਾ ਲੈਂਦੇ ਹੋ, ਹੋਰ ਵੀ ਕਈ ਗੱਲਾਂ ਤੁਸੀਂ ਮਹਿਸੂਸ ਕਰਦੇ ਹੋ। ਪਰ ਨਿਰਜੀਵ ਤਾਂ ਕੁਝ ਮਹਿਸੂਸ ਨਹੀਂ ਨਾ ਕਰਦੇ। ਕਦੀ ਸਾਈਕਲ ਨੂੰ ਦੇਖਿਆ ਕਿ ਠੰਡ ਲੱਗਦੀ ਹੋਵੇ ਤੇ ਤੁਸੀਂ ਸਵੈਟਰ ਪਵਾਤਾ ਉਹਨੂੰ? ਤਾਂ ਅਸੀਂ ਕਵਾਂਗੇ ਕਿ ਸਜੀਵ ਮਹਿਸੂਸ ਕਰ ਸਕਦੇ ਹਨ, ਪਰ ਨਿਰਜੀਵ ਮਹਿਸੂਸ ਨਹੀਂ ਕਰਦੇ। ਪੰਜਵਾਂ ਮਹੱਤਵਪੂਰਨ ਗੁਣ ਸਾਹ ਕਿਰਿਆ। ਸਜੀਵ ਸਾਹ ਲੈਂਦੇ ਆ। ਤੁਸੀਂ ਸਾਹ ਲੈਂਦੇ ਹੋ ਨਾ ਨੱਕ ਦੇ ਰਸਤੇ, ਪਰ ਨਿਰਜੀਵ ਥੋੜਾ ਸਾਹ ਲੈਂਦੇ ਆ ਕਿ ਘਰ ਦੀ ਇੱਟ ਨੂੰ ਕੋਈ ਨੱਕ ਲੱਗੀ ਹੋਵੇ ਤੇ ਉੱਥੇ ਸਾਹ ਲੈਂਦੀ ਹੋਵੇ। ਉਹ ਏਦਾਂ ਕਦੀ ਨਹੀਂ ਹੁੰਦਾ। ਇੱਕ ਹੋਰ ਪੁਆਇੰਟ ਮਹੱਤਵਪੂਰਨ ਗੁਣ ਮਲ ਤਿਆਗ। ਸਜੀਵ ਫਾਲਤੂ ਪਦਾਰਥ ਸਰੀਰ ਵਿੱਚੋਂ ਬਾਹਰ ਕੱਢਦੇ ਹਨ, ਜਿਵੇਂ ਪਸੀਨਾ ਜਾਂ ਮਲ ਮੂਤਰ ਵਗੈਰਾ। ਪਰ ਨਿਰਜੀਵ ਵਸਤੂਆਂ ਕੋਈ ਫਾਲਤੂ ਪਦਾਰਥ ਸਰੀਰ ਤੋਂ ਬਾਹਰ ਨਹੀਂ ਕੱਢਦੀਆਂ। ਠੀਕ ਹੈ। ਪੋਸ਼ਣ। ਪੋਸ਼ਣ ਮਤਲਬ ਭੋਜਨ ਖਾਣਾ। ਅਸੀਂ ਭੋਜਨ ਖਾਂਦੇ ਆ ਨਾ, ਬ੍ਰੇਕਫਾਸਟ ਵੀ ਕਰਦੇ ਆ, ਲੰਚ ਵੀ ਕਰਦੇ ਆ, ਫਿਰ ਰਾਤ ਦਾ ਖਾਣਾ ਵੀ ਕਰਦੇ ਆ। ਸੋ ਸਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ, ਪਰ ਨਿਰਜੀਵਾਂ ਨੂੰ ਭੋਜਨ ਦੀ ਲੋੜ ਨਹੀਂ ਹੁੰਦੀ। ਕਦੀ ਸਾਈਕਲ ਨੂੰ ਰੋਟੀ ਖਾਂਦੇ ਦੇਖਿਆ? ਸਕੂਟਰ ਨੂੰ ਰੋਟੀ ਖਾਂਦੇ ਦੇਖਿਆ? ਇਹਨਾਂ ਨੂੰ ਭੋਜਨ ਦੀ ਜ਼ਰੂਰਤ ਨਹੀਂ ਹੁੰਦੀ। ਤੇ ਅਸੀਂ ਕਹਿ ਸਕਦੇ ਹਾਂ ਜਾਂ ਕਹਿੰਦੇ ਹਾਂ ਕਿ ਨਿਰਜੀਵਾਂ ਨੂੰ ਭੋਜਨ ਦੀ ਜ਼ਰੂਰਤ ਨਹੀਂ ਹੁੰਦੀ। ਤਾਂ ਬੇਟਾ ਇਹ ਸੀਗੇ ਸਾਡੇ ਕੁਝ ਮਹੱਤਵਪੂਰਨ ਅੰਤਰ, ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਔਰ ਇੱਕ ਗੱਲ ਹੋਰ ਦੁਬਾਰਾ ਕਹੂੰਗਾ, ਜਦੋਂ ਆਪਣੀ ਤੁਲਨਾ ਕਿਸੇ ਪੈਨ ਜਾਂ ਪੈਨਸਲ ਨਾਲ ਕਰ ਲੋਗੇ ਨਾ, ਉਹਦੇ ਗੁਣਾਂ ਨਾਲ ਦੇਖਣਾ ਸ਼ੁਰੂ ਕਰੋਗੇ, ਤਾਂ ਤੁਸੀਂ ਖੁਦ ਹੀ ਲਿਖ ਸਕਦੇ ਹੋ। ਤੁਹਾਨੂੰ ਯਾਦ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਪਏਗੀ। ਫਿਰ ਵੀ ਇਹਨਾਂ ਪੁਆਇੰਟਸ ਨੂੰ, ਇਹਨਾਂ ਗੁਣਾਂ ਨੂੰ ਧਿਆਨ ਨਾਲ ਆਪਣੀ ਕਾਪੀ ਦੇ ਉੱਤੇ ਨੋਟ ਕਰ ਲਵੋ। ਹੁਣ ਕੁਝ ਗੱਲਾਂ ਇੰਗਲਿਸ਼ ਮੀਡੀਅਮ ਦੇ ਸਟੂਡੈਂਟਸ ਦੇ ਲਈ। Some points, the difference between living and non-living things. So you can see on the screen a table, serial number, characteristics. Characteristics मतलब गुण. Living beings means सजीव, non-living beings निर्जीव वस्तुआं. So on the serial number 1 you can see movement. So living things ਦੇ ਨੀਚੇ ਕੀ ਲਿਖਿਆ ਹੈ? They move as a whole or at least move their body parts. So you can see that we can move our arms, we can move our legs, but non-living things, they do not move. Second point is growth. Growth means grow करना. Growth का मतलब होता है, या growth का मतलब होता है बढ़ना, ਵੱਡੇ होना. तो living beings they grow, but non-living things they do not grow at all. ਬਿਲਕੁਲ ਵਾਧਾ ਨਹੀਂ ਹੁੰਦਾ ਉਹਨਾਂ ਦੇ ਵਿੱਚ। Reproduction. Reproduction मतलब अपने वर्गे जीव पैदा करना. So living beings they reproduce, but non-living things they do not reproduce. ठीक है? They don't have the ability to reproduce. Sensitivity. Sensitivity means महसूस करना कुछ. So we can say they respond to their surroundings. In summer season we feel heat, or in winter we feel cold. But non-living things, they are unable to feel. They have no feelings at all. Fifth point is respiration. They breathe. Living beings breathe.
We breathe in air, we breathe out air. Or in that air, there is oxygen or carbon dioxide. Similarly, in non-living things, they do not breathe. ਉਹ ਸਾਹ ਹੀ ਨਹੀਂ ਲੈਂਦੇ ਜੀ ਬਿਲਕੁਲ ਵੀ। ਐਕਸਕ੍ਰੀਸ਼ਨ ਮਤਲਬ ਆਪਣੇ ਸਰੀਰ ਤੋਂ ਕੁਝ ਇੱਕ ਪਦਾਰਥਾਂ ਨੂੰ, ਵੇਸਟ ਪ੍ਰੋਡਕਟਸ ਨੂੰ ਸਰੀਰ ਤੋਂ ਬਾਹਰ ਕੱਢਣਾ। They remove waste products from our body by excretion. So living beings, I repeat, they remove waste products from body by excretion. Like we can say sweat, pasina, urine, peshab. But non-living things, they do not do excretion. ਕੋਈ excretion ਨਹੀਂ ਹੁੰਦੀ ਉਹਨਾਂ ਦੇ ਵਿੱਚ। And last main point is nutrition. Living beings need food for various life processes. But non-living things, they do not need food at all. So these are the major differences between living and non-living things. Please note down on your notebooks. Thank you. ਸਜੀਵਾਂ ਦੇ ਮੁੱਖ ਗੁਣ, characteristics of living beings. ਹਾਂਜੀ ਪਿਆਰੇ ਵਿਦਿਆਰਥੀਓ, ਚਲੋ ਅਸੀਂ ਹੁਣ ਸਜੀਵਾਂ ਦੇ ਕੁਝ ਮੁੱਖ ਗੁਣਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ। ਪਹਿਲਾ ਗੁਣ ਹੈ, ਸਾਰੇ ਸਜੀਵ ਸੈੱਲਾਂ ਦੇ ਬਣੇ ਹੋਏ ਹਨ। All living beings are made up of cells. ਤੁਸੀਂ ਆਪਣੇ ਘਰ ਦੇਖਿਆ ਕਿਵੇਂ ਬਣਿਆ ਹੁੰਦਾ ਹੈ? ਇੱਟਾਂ ਲੈ ਕੇ ਆਨੇ ਆ ਅਸੀਂ, ਫਿਰ ਇੱਕ ਇੱਕ ਇੱਟ ਨੂੰ ਜੋੜ ਕੇ ਦੀਵਾਰ ਬਣਾਉਂਦੇ ਆ, ਫਿਰ ਦੀਵਾਰਾਂ ਨੂੰ ਜੋੜ ਕੇ ਪੂਰਾ ਮਕਾਨ ਬਣ ਜਾਂਦਾ ਹੈ। All living beings are made up of units. ਸਾਰੇ ਹੀ ਸਜੀਵ ਇਕਾਈਆਂ ਦੇ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਕੋਸ਼ਿਕਾਵਾਂ ਕਿਹਾ ਜਾਂਦਾ ਹੈ ਜਾਂ ਸੈੱਲ ਕਿਹਾ ਜਾਂਦਾ ਹੈ। Some organisms are single celled. ਇਹਨਾਂ ਨੂੰ ਅਸੀਂ ਯੂਨੀਸੈਲੂਲਰ ਵੀ ਕਹਿੰਦੇ ਆ, ਜਿਵੇਂ ਅਮੀਬਾ ਜਾਂ ਪੈਰਾਮੀਸ਼ੀਅਮ। ਤੇ some organisms are multicellular, ਮਤਲਬ ਬਹੁ ਸੈਲੀ, ਬਹੁਤ ਸਾਰੇ ਸੈੱਲ ਹੁੰਦੇ ਆ ਇਹਨਾਂ ਦੇ ਵਿੱਚ, ਜਿਵੇਂ ਹਿਊਮਨ, ਮਨੁੱਖ ਵਗੈਰਾ, ਜਾਂ ਜਾਨਵਰ, ਕੁੱਤੇ ਵਗੈਰਾ। ਠੀਕ ਹੈ, ਸੋ ਪਹਿਲਾ ਗੁਣ ਕੀ ਹੋਇਆ ਕਿ ਸਾਰੇ ਸਜੀਵ ਸੈੱਲਾਂ ਦੇ ਬਣੇ ਹੋਏ ਹਨ। ਸਜੀਵਾਂ ਦਾ ਦੂਸਰਾ ਮਹੱਤਵਪੂਰਨ ਗੁਣ ਹੈ ਕਿ ਸਾਰੇ ਸਜੀਵ ਵਾਧਾ ਕਰਦੇ ਹਨ। All living things grow. ਮਤਲਬ ਗਰੋਥ ਹੁੰਦੀ ਹੈ ਉਹਨਾਂ ਦੇ ਵਿੱਚ, ਛੋਟੇ ਤੋਂ ਵੱਡੇ ਹੁੰਦੇ ਜਾਂਦੇ ਹਨ। Growth is the basic feature of all living beings. You might have seen a bud to grow in a huge tree. ਛੋਟੀ ਜੀ ਕਲਮ ਲਗਾਉਂਦੇ ਆ, ਇੱਕ ਵੱਡਾ ਦਰਖਤ ਬਣ ਜਾਂਦਾ ਹੈ। ਬੀਜ ਲਗਾਉਂਦੇ ਆ, ਵੱਡਾ ਪੌਦਾ ਬਣ ਜਾਂਦਾ ਹੈ। ਛੋਟਾ ਬੱਚਾ ਇੱਕ ਵੱਡਾ ਮਨੁੱਖ ਬਣ ਜਾਂਦਾ ਹੈ। ਸੋ ਦੂਸਰਾ ਗੁਣ ਕੀ ਹੋਇਆ? All living things grow. ਇੱਕ ਚਿੱਤਰ ਵੀ ਦੇਖਦੇ ਹਾਂ ਇਸ ਦੇ ਸੰਬੰਧ ਦੇ ਵਿੱਚ ਅਸੀਂ। ਇਸ ਚਿੱਤਰ ਨੂੰ ਦੇਖ ਕੇ ਤੁਸੀਂ ਵਾਧੇ ਦੇ ਸੰਬੰਧ ਦੇ ਵਿੱਚ ਜਾਂ ਗਰੋਥ ਦੇ ਸੰਬੰਧ ਦੇ ਵਿੱਚ ਆਪਣੇ ਆਪ ਹੀ ਸਭ ਕੁਝ ਸਮਝ ਸਕਦੇ ਹੋ। ਸੋ ਗਰੋਥ ਜਿਹੜੀ ਹੈ ਉਹ ਸਜੀਵਾਂ ਦਾ ਇੱਕ ਮਹੱਤਵਪੂਰਨ ਗੁਣ ਹੈ। All living beings need food. This is the third main characteristic. ਸਾਰੇ ਸਜੀਵਾਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ, ਇੱਕ ਮੁੱਖ ਗੁਣ ਹੈ। ਬੇਟਾ ਤੁਸੀਂ ਬਹੁਤ ਸਾਰੇ ਕੰਮ ਕਰਦੇ ਹੋ, ਜਿਵੇਂ ਸਾਹ ਲੈਂਦੇ ਹੋ, ਫਿਰ ਪਾਚਨ ਕਿਰਿਆ ਹੁੰਦੀ ਹੈ ਤੁਹਾਡੇ ਸਰੀਰ ਦੇ ਅੰਦਰ, ਤੁਸੀਂ ਚੱਲਦੇ ਵੀ ਹੋ, ਹੋਰ ਵੀ ਕਈ ਕੰਮ ਕਰਦੇ ਹੋ। ਇਹਨਾਂ ਸਾਰੇ ਕੰਮਾਂ ਦੇ ਲਈ એનર્ਜੀ ਦੀ ਜ਼ਰੂਰਤ ਹੁੰਦੀ ਹੈ, ਊਰਜਾ ਦੀ ਜ਼ਰੂਰਤ ਹੁੰਦੀ ਹੈ, ਤੇ ਇਹ ਊਰਜਾ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੀ ਹੈ। ਸੋ ਭੋਜਨ ਸਾਡੇ ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਹੈ। All living beings require energy for various life processes. So we can say food is the main source of energy. ਚੌਥਾ ਮਹੱਤਵਪੂਰਨ ਗੁਣ, ਸਾਰੇ ਸਜੀਵ ਉਤੇਜਨਾ ਪ੍ਰਤੀ ਪ੍ਰਤੀਕਿਰਿਆ ਕਰਦੇ ਹਨ, ਜਾਂ all living beings respond to stimulus.
ਇਸ ਦਾ ਕੀ ਮਤਲਬ ਹੈ? ਬੇਟਾ ਜਿਹੜਾ ਸਾਡਾ ਆਲਾ ਦੁਆਲਾ ਹੈ ਨਾ, ਉਸ ਦੇ ਪ੍ਰਤੀ ਅਸੀਂ ਨਾ ਪ੍ਰਤੀਕਿਰਿਆ ਕਰਦੇ ਹਾਂ, ਜਾਂ ਅਸੀਂ ਉਸ ਨੂੰ ਮਹਿਸੂਸ ਕਰਦੇ ਹਾਂ ਪਹਿਲੇ, ਫਿਰ ਸਾਡੇ ਵੱਲੋਂ ਇੱਕ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ। ਠੀਕ ਹੈ। ਸੋ ਇੰਗਲਿਸ਼ ਦੇ ਵਿੱਚ ਅਸੀਂ ਕਵਾਂਗੇ all living beings respond to the surrounding atmosphere. These changes in our surrounding are called stimuli. In turn, what they behave is called response. ਮਤਲਬ ਸਾਡੇ ਆਲੇ ਦੁਆਲੇ ਜੋ ਕੁਝ ਹੁੰਦਾ ਹੈ, ਉਸ ਨੂੰ ਅਸੀਂ ਕੀ ਕਹਿ ਦਿੰਦੇ ਆ? ਉਤੇਜਨਾ ਕਰਨੀ। ਔਰ ਫਿਰ ਅਸੀਂ ਜਿਸ ਤਰ੍ਹਾਂ ਬਿਹੇਵ ਕਰਦੇ ਆ, ਉਸ ਨੂੰ ਅਸੀਂ ਕਹਿ ਦਿੰਦੇ ਆ ਪ੍ਰਤੀਕਿਰਿਆ। ਜਿਵੇਂ ਤੁਸੀਂ ਸੰਤਰਾ ਵੇਖਿਆ ਜਾਂ ਇਮਲੀ ਦੇਖੀ ਤਾਂ ਤੁਹਾਡੇ ਮੂੰਹ ਦੇ ਵਿੱਚ ਇੱਕਦਮ ਪਾਣੀ ਆ ਗਿਆ, ਜਾਂ ਕੀੜੀਆਂ ਨੂੰ ਤੁਸੀਂ ਮਿੱਠੇ ਭੋਜਨ ਪਦਾਰਥਾਂ ਵੱਲ ਜਾਂਦੇ ਵੇਖਿਆ। ਇਹ ਸਾਰਾ ਹੀ ਆਲੇ ਦੁਆਲੇ ਦੇ ਪ੍ਰਤੀ ਪ੍ਰਤੀਕਿਰਿਆ ਕਰਨਾ ਹੁੰਦਾ ਹੈ। ਇੱਕ ਵਾਰੀ ਕੀ ਹੋਇਆ ਨਾ, ਮੇਰਾ ਹੱਥ ਇੱਕ ਐਸੇ ਬਰਤਨ ਨੂੰ ਲੱਗ ਗਿਆ ਜਿਹੜਾ ਗੈਸ ਦੇ ਉੱਤੇ ਰੱਖਿਆ ਹੋਇਆ ਸੀਗਾ ਤੇ ਬਹੁਤ ਗਰਮ ਸੀਗਾ, ਤੇ ਮੇਰਾ ਹੱਥ ਇੱਕਦਮ ਪਿੱਛੇ ਹਟਿਆ। ਤੁਹਾਡੇ ਨਾਲ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੋਣਾ। ਕਈ ਵਾਰੀ ਸੂਈ ਚੁੱਭ ਜੇ ਤੇ ਹੱਥ ਇੱਕਦਮ ਪਿੱਛੇ ਨੂੰ ਜਾਂਦਾ ਹੈ। ਇਹ ਵੀ ਬੇਟਾ ਉਤੇਜਨਾ ਦੇ ਪ੍ਰਤੀ ਪ੍ਰਤੀਕਿਰਿਆ ਹੈ। ਅੱਗ ਕੀ ਹੈ? ਸਟਿਮੂਲਸ ਹੈ। ਤੇ ਹੱਥ ਪਿੱਛੇ ਜਾਣਾ ਇਹ ਰਿਸਪੌਂਸ ਹੈ, ਕਿ ਅਸੀਂ ਇੱਕਦਮ ਹੱਥ ਨੂੰ ਪਿੱਛੇ ਲੈ ਕੇ ਜਾਂਦੇ ਹਾਂ। ਸੋ ਸਾਰੇ ਸਜੀਵ ਕੀ ਹੈ? ਉਤੇਜਨਾ ਦੇ ਪ੍ਰਤੀ ਪ੍ਰਤੀਕਿਰਿਆ ਕਰਦੇ ਹਨ। ਪੰਜਵਾਂ ਮਹੱਤਵਪੂਰਨ ਗੁਣ ਜਾਂ ਪੰਜਵਾਂ ਕੀ ਕਰੈਕਟਰਿਸਟਿਕ, ਸਾਰੇ ਸਜੀਵਾਂ ਦਾ ਇੱਕ ਨਿਸ਼ਚਿਤ ਜੀਵਨ ਕਾਲ ਹੁੰਦਾ ਹੈ। ਐਵਰੀ ਲਿਵਿੰਗ ਬੀਇੰਗ ਹੈਜ਼ ਅ ਡੈਫੀਨਿਟ ਲਾਈਫ ਸਪੈਨ। ਬੇਟਾ ਇਹ ਸਾਰਾ ਕੁਝ ਨੋਟ ਵੀ ਕਰਦੇ ਜਾਣਾ ਆਪਣੀ ਕਾਪੀ ਦੇ ਉੱਤੇ। ਮਤਲਬ ਕੀ ਹੈ? ਕਿ ਇੱਕ ਨਿਸ਼ਚਿਤ ਜੀਵਨ ਕਾਲ ਹੁੰਦਾ ਹੈ। ਪੈਦਾ ਹੁੰਦੇ ਹੈ, ਫਿਰ ਮਰ ਜਾਂਦੇ ਹੈ। ਠੀਕ ਹੈ। The length of a time for which a person or animal lives, ਮਤਲਬ ਇੱਕ ਸਮੇਂ ਦੇ ਲਈ ਜਿਹਦੇ ਵਿੱਚ ਇੱਕ ਕੋਈ ਇਨਸਾਨ ਜਾਂ ਜਾਨਵਰ ਜਿਉਂਦਾ ਰਹਿੰਦਾ ਹੈ, ਉਸ ਨੂੰ ਉਸ ਦਾ ਲਾਈਫ ਸਪੈਨ ਕਿਹਾ ਜਾਂਦਾ ਹੈ, ਜਾਂ ਜੀਵਨ ਕਾਲ ਕਿਹਾ ਜਾਂਦਾ ਹੈ। ਕੁਛ ਇੱਕ ਦਾ 100 ਸਾਲਾਂ ਚ ਹੁੰਦਾ ਹੈ, ਤੇ ਕਈਆਂ ਦਾ ਇੱਕ ਦਿਨ ਚ ਵੀ ਹੁੰਦਾ ਹੈ, ਤੇ ਕਈਆਂ ਦਾ ਮਹੀਨਿਆਂ ਦੇ ਹਿਸਾਬ ਨਾਲ ਹੁੰਦਾ ਹੈ। ਅਗਲੀ ਸਲਾਈਡ ਹੈ, ਉਸ ਦੇ ਵਿੱਚ ਤੁਸੀਂ ਬੜੇ ਧਿਆਨ ਨਾਲ ਨੋਟ ਕਰਨਾ ਹੈ। ਪਹਿਲੇ ਤੇ ਵੇਖਣਾ ਹੈ, ਫਿਰ ਨੋਟ ਕਰਨਾ ਹੈ ਕਿ ਕਿਹੜੇ ਕਿਹੜੇ ਜੀਵ ਦਾ ਕਿੰਨਾ ਜੀਵਨ ਕਾਲ ਹੈਗਾ ਹੈ। ਬੇਟਾ ਇਸ ਸਾਰਣੀ ਨੂੰ ਧਿਆਨ ਨਾਲ ਦੇਖੋ, ਕੀ ਲਿਖਿਆ ਉੱਪਰ? ਕੁਝ ਜੀਵਾਂ ਦਾ ਔਸਤ ਜੀਵਨ ਕਾਲ। ਔਸਤ ਜਿਹਾ ਹੈ, ਇਹ ਐਵਰੇਜ ਹੈ। ਇਹ ਪੱਕਾ ਹੀ ਨਹੀਂ ਮੰਨ ਲੈਣਾ ਕਿ ਇੰਨੇ ਹੀ ਹੁੰਦਾ ਹੈ, ਪਰ ਇਹ ਔਸਤ ਲਈ ਜਾਂਦੀ ਹੈ ਕਿ ਕਈ ਘੱਟ ਜੀਂਦੇ ਆ ਤੇ ਕੁਝ ਵੱਧ ਜੀਂਦੇ ਆ, ਤੇ ਉਹਨਾਂ ਨੂੰ ਫਿਰ ਔਸਤ ਕੱਢ ਲਈ ਜਾਂਦੀ ਹੈ। ਜਿਵੇਂ ਜੀਵ ਕੀ ਹੈ? ਜੀਵਾਣੂ, ਇਸ ਦਾ ਔਸਤ ਜੀਵਨ ਕਾਲ ਕਿੰਨਾ ਮੰਨਿਆ ਜਾਂਦਾ ਹੈ? 20 ਮਿੰਟ ਦਾ। ਘਰੇਲੂ ਮੱਖੀ, ਇਹ ਜਿਹੜੀਆਂ ਮੱਖੀਆਂ ਸਾਡੇ ਘਰ ਉੱਡਦੀਆਂ ਰਹਿੰਦੀਆਂ, 1 ਸਾਲ ਤੋਂ ਲੈ ਕੇ 4 ਸਾਲ ਤੱਕ ਦਾ ਜੀਵਨ ਕਾਲ ਹੈ ਇਹਦਾ। ਠੀਕ ਹੈ। ਘੋੜਾ, ਘੋੜੇ ਦੇਖੇ ਹੈ? ਉਹਦਾ ਜੀਵਨ ਕਾਲ ਪਤਾ ਕਿੰਨਾ ਹੁੰਦਾ ਹੈ? 25 ਤੋਂ 30 ਸਾਲ। ਮੈਂ ਮੁੜ ਕੇ ਦੱਸ ਰਿਹਾ, ਔਸਤ ਜੀਵਨ ਕਾਲ ਹੈ ਇਹ। ਕੁਛ ਇੱਕ ਘੱਟ ਵੀ ਜੀ ਸਕਦੇ ਆ, ਕੁਛ ਇੱਕ ਵੱਧ ਵੀ ਜੀ ਸਕਦੇ ਆ। ਇੱਕ ਕੁੱਤੇ ਦਾ ਔਸਤ ਜੀਵਨ ਕਾਲ 15 ਤੋਂ 18 ਸਾਲ। ਮਤਲਬ ਇੱਕ ਔਸਤ ਜੀਵਨ ਦੀ ਉਹਦੀ ਉਮਰ ਕਿੰਨੀ ਹੁੰਦੀ ਹੈ? 15 ਤੋਂ 18 ਸਾਲ ਹੋ ਸਕਦੀ ਹੈ। ਸ਼ੇਰ ਦੀ 20 ਤੋਂ 25 ਸਾਲ ਦਾ ਜੀਵਨ ਕਾਲ ਹੋ ਸਕਦਾ ਹੈ, ਜਿਹਦੇ ਵਿੱਚ ਉਹ ਜਿਉਂਦਾ ਰਹਿੰਦਾ ਹੈ। ਠੀਕ ਹੈ। ਤੇ ਕਿਰਿਆਵਾਂ ਕਰਦਾ ਹੈ। ਮਨੁੱਖ, ਅਸੀਂ 80 ਤੋਂ 100 ਸਾਲ। ਇਹ ਬੇਟਾ ਧਿਆਨ ਨਾਲ ਨੋਟ ਕਰ ਲੈਣਾ ਹੈ। ਕਈ ਵਾਰੀ ਪ੍ਰੀਖਿਆ ਦੇ ਵਿੱਚ, ਐਗਜ਼ਾਮ ਦੇ ਵਿੱਚ ਇਹ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ ਕਿ ਕਿਹੜੇ ਜੀਵ ਦਾ ਜੀਵਨ ਕਾਲ ਕਿੰਨਾ ਹੁੰਦਾ ਹੈ। ਹੁਣ ਸਾਡੇ ਕੋਲ ਆ ਗਿਆ 6ਵਾਂ ਮਹੱਤਵਪੂਰਨ ਗੁਣ। ਭੋਜਨ ਖਾਣਾ ਸਜੀਵਾਂ ਦਾ ਇੱਕ ਗੁਣ ਹੈ, ਵਾਧਾ ਕਰਨਾ ਵੀ, ਸਾਹ ਲੈਣਾ ਵੀ। ਹੁਣ ਸਭ ਤੋਂ ਮਹੱਤਵਪੂਰਨ ਗੁਣ ਹੈ ਕਿ ਸਾਰੇ ਸਜੀਵ ਪ੍ਰਜਨਨ ਦੁਆਰਾ ਨਵੇਂ ਜੀਵ ਪੈਦਾ ਕਰਦੇ ਹਨ। All living beings reproduce। reproduce ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ ਪ੍ਰਜਨਨ ਕਰਨਾ। ਜਿਵੇਂ ਮਨੁੱਖ ਦੇ ਬੱਚੇ ਹੁੰਦੇ ਹੈ, ਤੇ ਕਈ ਕੀ ਹੈ
ਅੰਡੇ ਦਿੰਦੇ ਹੈ, ਠੀਕ ਹੈ। ਕੁਛ ਇੱਕ ਜੀਵ ਜਿਵੇਂ ਮੁਰਗੀਆਂ ਵਗੈਰਾ, all living beings reproduce to give birth to young one, ਮਤਲਬ ਰਿਪਰੋਡਕਸ਼ਨ ਕਰਦੇ ਆ ਉਹ, ਤਾਂ ਕਿ ਉਹਨਾਂ ਵਰਗੇ ਹੋਰ ਜੀਵ ਪੈਦਾ ਹੋ ਸਕਣ। ਤੇ ਕੁਛ ਕੀ ਕਰਦੇ ਆ, ਆਂਡੇ ਵੀ ਦਿੰਦੇ ਆ। ਪਲਾਂਟਸ ਆਲਸੋ ਰਿਪਰੋਡਿਊਸ, ਇਹ ਜਿਹੜੇ ਪੇੜ ਪੌਦੇ ਆ ਨਾ, ਇਹ ਵੀ ਪ੍ਰਜਨਨ ਕਰਦੇ ਆ। ਜਿਵੇਂ ਬੀਜ ਦਿੰਦੇ ਹੋ, ਕਈਆਂ ਦੀਆਂ ਤੁਸੀਂ ਕਲਮਾਂ ਲਗਾ ਦਿੰਦੇ ਹੋ, ਕਈ ਪੱਤਿਆਂ ਤੋਂ ਹੀ ਨਵੇਂ ਪੌਦੇ ਪੈਦਾ ਕਰ ਦਿੰਦੇ ਆ, ਤੇ ਕੁਛ ਜੜ੍ਹਾਂ ਰਾਹੀਂ ਨਵੇਂ ਪੌਦੇ ਪੈਦਾ ਕਰਦੇ ਹਨ। Point is, all living beings respire, ਸਾਰੇ ਜੀਵ ਸਾਹ ਲੈਂਦੇ ਆ। respire ਦਾ ਮਤਲਬ ਹੁੰਦਾ ਸਾਹ ਲੈਣਾ। ਅਸੀਂ ਆਪਣੇ ਅੰਦਰ ਆਕਸੀਜਨ ਭਰਪੂਰ ਹਵਾ ਲੈ ਕੇ ਜਾਂਦੇ ਹਾਂ, ਤੇ ਜਦੋਂ ਅਸੀਂ ਸਾਹ ਛੱਡਦੇ ਹਾਂ ਤਾਂ ਉਹ ਕਾਰਬਨ ਡਾਈਆਕਸਾਈਡ ਭਰਪੂਰ ਹਵਾ ਹੁੰਦੀ ਹੈ, ਠੀਕ ਹੈ। So we can say we breathe in oxygen rich air and we breathe out carbon dioxide rich air, ਔਰ ਇੱਕ ਸਾਡਾ ਮਹੱਤਵਪੂਰਨ ਗੁਣ ਹੈਗਾ, ਪੇੜ ਪੌਦੇ ਵੀ ਸਾਹ ਲੈਂਦੇ ਆ। ਅਸੀਂ ਜਿਵੇਂ ਆਕਸੀਜਨ ਭਰਪੂਰ ਹਵਾ ਅੰਦਰ ਲੈ ਕੇ ਜਾਂਦੇ ਆ ਤੇ ਕਾਰਬਨ ਡਾਈਆਕਸਾਈਡ ਭਰਪੂਰ ਹਵਾ ਬਾਹਰ ਛੱਡਦੇ ਆ, ਤਾਂ ਪੇੜ ਪੌਦੇ ਕੀ ਕਰਦੇ ਆ, ਕਾਰਬਨ ਡਾਈਆਕਸਾਈਡ ਅੰਦਰ ਲੈ ਕੇ ਜਾਂਦੇ ਆ ਸਟੋਮੈਟਾ ਦੇ ਰਾਹੀਂ। ਸਟੋਮੈਟਾ ਕੀ ਹੁੰਦੇ ਆ, ਪੱਤਿਆਂ ਦੇ ਨੀਚੇ ਛੋਟੇ ਛੋਟੇ ਛੇਦ ਹੁੰਦੇ ਆ, ਤੇ ਵਾਤਾਵਰਣ ਦੇ ਵਿੱਚ ਆਕਸੀਜਨ ਛੱਡ ਦਿੰਦੇ ਹਨ। ਸੋ ਸੱਤਵਾਂ ਮਹੱਤਵਪੂਰਨ ਗੁਣ ਕਿਹੜਾ ਹੋਇਆ, ਕਿ ਸਾਰੇ ਸਜੀਵ ਸਾਹ ਲੈਂਦੇ ਹਨ। ਸਾਰੇ ਸਜੀਵ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦੇ ਹਨ। All living things remove waste from body, ਮਤਲਬ ਕੀ ਹੋਇਆ, ਕਿ ਸਾਡੇ ਸਰੀਰ ਦੇ ਵਿੱਚ ਪਸੀਨਾ ਪੈਦਾ ਹੁੰਦਾ, ਅਸੀਂ ਉਸ ਨੂੰ ਵੀ ਬਾਹਰ ਕੱਢ ਦਿੰਦੇ ਹਾਂ। ਸਾਡੇ ਸਰੀਰ ਦੇ ਵਿੱਚ ਪਿਸ਼ਾਬ ਬਣਦਾ ਹੈ, ਅਸੀਂ ਉਸ ਨੂੰ ਵੀ ਬਾਹਰ ਕੱਢਦੇ ਹਾਂ। ਮਲ ਪਦਾਰਥ ਹੁੰਦਾ, ਉਸ ਨੂੰ ਵੀ ਅਸੀਂ ਬਾਹਰ ਕੱਢ ਦਿੰਦੇ ਹਾਂ। ਸੋ ਇੱਕ ਮਹੱਤਵਪੂਰਨ ਗੁਣ ਹੈ ਸਾਡਾ। ਪੇੜ ਪੌਦੇ ਵੀ ਆਪਣੇ ਵਿਅਰਥ ਪਦਾਰਥ ਬਾਹਰ ਕੱਢਦੇ ਆ, ਔਰ ਕਿੱਥੋਂ ਕੱਢਦੇ ਆ, ਸਟੋਮੈਟਾ ਦੇ ਰਾਹੀਂ। ਜਿਵੇਂ ਪਹਿਲੇ ਹੀ ਦੱਸਦੇ ਆ ਕਿ ਪੱਤਿਆਂ ਦੇ ਨੀਚੇ ਛੋਟੇ ਛੋਟੇ ਛੇਦ ਹੁੰਦੇ ਹਨ। ਗਤੀ ਕਰਨਾ ਸਾਡਾ ਇੱਕ ਮਹੱਤਵਪੂਰਨ ਗੁਣ ਹੈ। ਸਾਰੇ ਸਜੀਵ ਗਤੀ ਕਰਦੇ ਹਨ ਜਾਂ ਹਿਲਜੁਲ ਕਰਦੇ ਹਨ। All living beings show movement, ਜਿਵੇਂ ਤੁਸੀਂ ਮੈਂ ਪਹਿਲੇ ਵੀ ਗੱਲ ਕੀਤੀ ਹੈ, ਤੁਸੀਂ ਆਪਣੇ ਹੱਥ ਹੀ ਹਿਲਾਉਂਦੇ ਹੋ। ਭੋਜਨ ਖਾਣਾ ਹੈ ਤਾਂ ਪਲੇਟ ਤੋਂ ਰੋਟੀ ਚੁੱਕ ਕੇ ਮੂੰਹ ਦੇ ਵਿੱਚ ਪਾਣੀ ਹੈ ਤਾਂ ਵੀ ਹੱਥ ਹਿਲਾਉਣਾ ਪੈਣਾ ਹੈ। ਖੇਡਣਾ ਹੈ, ਤੁਰਨਾ ਹੈ, ਠੀਕ ਹੈ, ਹੋਰ ਬੜੇ ਕੁਛ ਕਿਰਿਆਵਾਂ ਕਰਨੀਆਂ, ਉਹਦੇ ਲਈ ਕੀ ਕਰਦੇ ਹਾਂ, ਅਸੀਂ ਹਿਲਜੁਲ ਕਰ ਸਕਦੇ ਹਾਂ, ਆਪਣੇ ਹੱਥਾਂ ਨੂੰ ਹਿਲਾ ਸਕਦੇ ਹਾਂ, ਠੀਕ ਹੈ। ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਆ ਭੋਜਨ ਦੀ ਖੋਜ ਦੇ ਵਿੱਚ, ਤਾਂ ਕੀ ਕਰਦੇ ਹਾਂ, ਅਸੀਂ ਗਤੀ ਕਰਦੇ ਹਾਂ। ਸੋ ਸਾਰੇ ਸਜੀਵ ਜਿਹੜੇ ਆ ਉਹ ਗਤੀ ਕਰ ਸਕਦੇ ਹਨ। All living beings show movement. Animal move from one place to another in search of food. ਜਿਹੜੇ ਜਾਨਵਰ ਹਨ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾਂਦੇ ਹਨ, ਗਤੀ ਕਰਦੇ ਆ, ਮੂਵ ਕਰਦੇ ਆ ਉਹ ਭੋਜਨ ਦੀ ਖੋਜ ਦੇ ਵਿੱਚ। ਕਈ ਵਾਰੀ ਜਾਨਵਰਾਂ ਤੋਂ, ਦੁਸ਼ਮਣਾਂ ਤੋਂ ਬਚਣ ਦੇ ਲਈ ਵੀ ਕੁਝ ਜਾਨਵਰ ਗਤੀ ਕਰਦੇ ਹਨ। ਕਈ ਜਾਨਵਰ ਕੀ ਹੈ, ਰੇਂਗਦੇ ਹੈ, ਕੁਝ ਉੱਡ ਸਕਦੇ ਹੈ। ਹੁਣ ਗੱਲ ਆ ਗਈ ਪੇੜ ਪੌਦਿਆਂ ਦੀ। ਸੋ ਪਲਾਂਟਸ ਡੂ ਨਾਟ ਮੂਵ ਫਰੋਮ ਵਨ ਪਲੇਸ ਟੂ ਅਨਦਰ। ਪੇੜ ਪੌਦੇ ਇੱਕ ਥਾਂ ਤੋਂ ਦੂਜੀ ਜਗ੍ਹਾ ਦੇ ਉੱਤੇ ਨਹੀਂ ਜਾਂਦੇ, ਪਰ ਹੈਗੇ ਸਜੀਵ ਹੈ ਉਹ। ਪਰ ਕਰਦੇ ਕੀ ਹੈ ਫਿਰ, ਉਹ ਆਪਣੇ ਕੁਝ ਟਹਿਣੀਆਂ ਤੇ ਹਿਲਾ ਸਕਦੇ ਆ ਨਾ ਉਹ। ਕਈਆਂ ਦੇ ਫੁੱਲ ਸਵੇਰੇ ਖੁੱਲ ਜਾਂਦੇ ਆ, ਸ਼ਾਮੀ ਬੰਦ ਹੋ ਜਾਂਦੇ ਆ। ਕਈਆਂ ਦੇ ਪੱਤੇ ਸਵੇਰੇ ਖੁੱਲ ਜਾਂਦੇ ਆ, ਸ਼ਾਮੀ ਬੰਦ ਹੋ ਜਾਂਦੇ ਆ। ਸੋ ਨੌਵਾਂ ਮਹੱਤਵਪੂਰਨ ਗੁਣ ਕਿਹੜਾ ਹੋਇਆ, ਕਿ ਸਾਰੇ ਸਜੀਵ ਗਤੀ ਕਰਦੇ ਹਨ। All living beings show movement. ਅਸੀਂ ਕੀ ਸਿੱਖਿਆ ਹੈ? What we have learned. ਚਲੋ ਦੁਹਰਾ ਲਈਏ। ਸਾਰੇ ਜੀਵ ਸੈੱਲਾਂ ਦੇ ਬਣੇ ਹੋਏ ਹੁੰਦੇ ਹਨ। ਸਾਰੇ ਜੀਵ ਵਾਧਾ ਕਰਦੇ ਹਨ। ਸਾਰੇ ਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ।
ਸਾਰੇ ਜੀਵ ਉਤੇਜਨਾ ਦੇ ਪ੍ਰਤੀ ਪ੍ਰਤੀਕਿਰਿਆ ਕਰਦੇ ਹਨ। ਸਾਰੇ ਜੀਵਾਂ ਦਾ ਇੱਕ ਡੈਫੀਨਿਟ ਲਾਈਫ ਸਪੈਨ ਹੁੰਦਾ ਹੈ। ਸਾਰੇ ਜੀਵ ਪ੍ਰਜਨਨ ਕਰਦੇ ਹਨ। ਅਸੀਂ ਇਹ ਵੀ ਸਿੱਖਿਆ ਹੈ ਕਿ ਸਾਰੇ ਜੀਵ ਸਾਹ ਲੈਂਦੇ ਹਨ। ਫਿਰ ਅਸੀਂ ਸਿੱਖਿਆ ਕਿ all living things remove waste from body, ਕਿ ਸਾਰੇ ਹੀ ਸਜੀਵ ਆਪਣੇ ਸਰੀਰ ਦੇ ਵਿੱਚੋਂ ਵਿਅਰਥ ਪਦਾਰਥਾਂ ਨੂੰ ਬਾਹਰ ਕੱਢਦੇ ਹਨ। ਤੇ ਫਿਰ ਇੱਕ ਮਹੱਤਵਪੂਰਨ ਗੁਣ ਸਿੱਖਿਆ ਕਿ all living beings show movement, ਕਿ ਸਾਰੇ ਸਜੀਵ ਗਤੀ ਕਰਦੇ ਹਨ ਜਾਂ ਹਿਲਜੁਲ ਕਰਦੇ ਹਨ। ਪਿਆਰੇ ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਸੀਂ ਸਾਰੇ ਹੀ ਲੈਕਚਰ ਨੂੰ ਧਿਆਨ ਨਾਲ ਸੁਣਿਆ ਹੋਵੇਗਾ ਅਤੇ ਸਮਝਿਆ ਹੋਵੇਗਾ। ਹੁਣ ਇੱਕ ਦੋ ਪ੍ਰਸ਼ਨ, ਪਰ ਮੈਂ ਪ੍ਰਸ਼ਨ ਸਾਹਮਣੇ ਸਲਾਈਡ ਦੇ ਉੱਤੇ ਨਹੀਂ ਲਿਖਣੇ, ਤੁਸੀਂ ਧਿਆਨ ਨਾਲ ਸੁਣਨਾ ਤੇ ਲਿਖਣੇ ਹਨ। ਪਹਿਲਾ ਪ੍ਰਸ਼ਨ ਹੈ ਕਿ ਸਜੀਵਾਂ ਅਤੇ ਨਿਰਜੀਵਾਂ ਦੇ ਵਿਚਕਾਰ ਅੰਤਰ ਲਿਖੋ। ਰਾਈਟ ਡਿਫਰੈਂਸਿਸ ਬਿਟਵੀਨ ਲਿਵਿੰਗ ਥਿੰਗਸ ਐਂਡ ਨਾਨ ਲਿਵਿੰਗ ਥਿੰਗਸ। ਤੇ ਦੂਸਰਾ ਪ੍ਰਸ਼ਨ ਹੈ, ਮਹੱਤਵਪੂਰਨ ਪ੍ਰਸ਼ਨ ਹੈ ਕਿ ਰਾਈਟ ਕੀ ਕਰੈਕਟਰਿਸਟਿਕਸ ਆਫ ਲਿਵਿੰਗ ਬੀਇੰਗਸ। ਸਜੀਵਾਂ ਦੇ ਮਹੱਤਵਪੂਰਨ ਗੁਣ ਲਿਖੋ। ਸਿਰਫ ਦੋ ਪ੍ਰਸ਼ਨ ਹਨ ਤੁਹਾਨੂੰ ਹੋਮਵਰਕ ਦੇ ਲਈ। ਨੋਟਬੁੱਕ ਦੇ ਵਿੱਚ ਲਿਖਣੇ ਹਨ, ਆਪਣੇ ਅਧਿਆਪਕ ਸਾਹਿਬਾਨ ਨੂੰ ਚੈੱਕ ਕਰਾਉਣੇ ਹਨ। ਘਰ ਦੇ ਵਿੱਚ ਰਹੋ ਬੇਟਾ ਔਰ ਸੁਰੱਖਿਅਤ ਰਹੋ। ਧੰਨਵਾਦ।